ਤੁਹਾਨੂੰ ਸਭ ਨੂੰ ਪਤਾ ਹੀ ਹੈ ਕਿ ਆਪਾਂ +2 ਕਲਾਸ ਦੇ ਲਈ ਮੈਥ ਦੇ ਲਈ ਇੰਪੋਰਟੈਂਟ ਕੁਐਸਚਨਸ ਇੱਕ ਸੀਰੀਜ਼ ਸਟਾਰਟ ਕੀਤੀ ਹੋਈ ਹੈ ਸਪੈਸ਼ਲੀ ਫॉर PSCB ਸਟੂਡੈਂਟਸ, ਜਿਹਦੇ ਵਿੱਚ ਆਪਾਂ ਸਿਰਫ ਪੇਪਰ ਦੇ ਲਈ ਜੋ ਇੰਪੋਰਟੈਂਟ ਕੁਐਸਚਨਸ ਨੇ ਉਹ ਡਿਸਕਸ ਕਰ ਰਹੇ ਹਾਂ। ਆਪਾਂ ਚੈਪਟਰ 1 ਕੰਪਲੀਟ ਕਰ ਲਿਆ ਸੀ, ਅੱਜ ਚੈਪਟਰ 2 ਸਟਾਰਟ ਕਰ ਰਹੇ ਹਾਂ। ਇਨਵਰਸ ਟ੍ਰਿਗਨੋਮੈਟ੍ਰਿਕ ਫੰਕਸ਼ਨਸ ਚੈਪਟਰ ਦਾ ਨੇਮ ਹੈ। ਸਭ ਤੋਂ ਪਹਿਲਾਂ ਇਨਵਰਸ ਟ੍ਰਿਗਨੋਮੈਟ੍ਰਿਕ ਫੰਕਸ਼ਨਸ ਕੀ ਹੁੰਦੇ ਨੇ, ਜਿਵੇਂ ਸਾਈਨ ਥੀਟਾ, ਕਾਸ ਥੀਟਾ, ਇਹ ਆਪਣੇ ਕੋਲ ਟ੍ਰਿਗਨੋਮੈਟ੍ਰਿਕ ਫੰਕਸ਼ਨਸ ਹੁੰਦੇ ਨੇ। ਅਗਰ ਇਹਨਾਂ ਦੇ ਇਨਵਰਸ ਦੀ ਵੈਲਿਊ ਕੱਢਣੀ ਹੋਵੇ, ਜਿਵੇਂ ਸਾਈਨ ਇਨਵਰਸ ਐਕਸ, ਕਾਸ ਇਨਵਰਸ ਐਕਸ, ਇਹ ਸਾਰੇ ਆਪਣੇ ਕੋਲ ਇਨਵਰਸ ਟ੍ਰਿਗਨੋਮੈਟ੍ਰਿਕ ਫੰਕਸ਼ਨਸ ਨੇ। ਚੈਪਟਰ ਦੇ ਕੁਐਸਚਨ ਸਮਝਣ ਤੋਂ ਪਹਿਲਾਂ ਕੁਝ ਬੇਸਿਕ ਚੀਜ਼ਾਂ ਜਿਹੜੀਆਂ ਤੁਹਾਨੂੰ ਪਤਾ ਹੋਣੀਆਂ ਚਾਹੀਦੀਆਂ ਨੇ। ਸਭ ਤੋਂ ਪਹਿਲਾਂ ਜਿਵੇਂ ਡੋਮੇਨ ਤੇ ਰੇਂਜ ਕੀ ਹੁੰਦੀ ਹੈ। ਡੋਮੇਨ ਮਤਲਬ ਐਕਸ ਦੀ ਕੀ ਵੈਲਿਊ ਆਪਾਂ ਪੁੱਟ ਕਰ ਰਹੇ ਹਾਂ ਤੇ ਕੋਰਸਪੋਂਡਿੰਗ ਵਾਈ ਦੀ ਕੀ ਵੈਲਿਊ ਆ ਰਹੀ ਹੈ, ਤਾਂ ਉਹ ਰੇਂਜ ਹੁੰਦੀ ਹੈ। ਐਕਸ ਦੀ ਵੈਲਿਊਜ਼ ਨੂੰ ਡੋਮੇਨ ਤੇ ਰੇਂਜ ਆਪਾਂ ਵਾਈ ਦੀ ਵੈਲਿਊਜ਼ ਨੂੰ, ਕਿ ਕਿਹੜੀਆਂ ਐਕਸ ਦੀਆਂ ਵੈਲਿਊਜ਼ ਆਪਾਂ ਪੁੱਟ ਕਰ ਸਕਦੇ ਹਾਂ। ਐਕਸ ਦੀਆਂ ਆਪਣੇ ਕੋਲ ਐਕਚੁਅਲ 'ਚ ਐਕਸ ਦੀ ਵੈਲਿਊ ਹੋ ਸਕਦੀ ਹੈ -1 ਤੋਂ ਲੈ ਕੇ 1 ਦੇ ਵਿੱਚ 1 ਵੀ ਹੋ ਸਕਦੀ ਹੈ, -1 ਵੀ ਹੋ ਸਕਦੀ, ਅਤੇ ਉਹਨਾਂ ਦੇ ਵਿੱਚ ਵਾਲੀਆਂ ਵੈਲਿਊਜ਼ ਵੀ ਹੋ ਸਕਦੀਆਂ ਨੇ। ਇਸ ਇਕੁਅਲ ਟੂ ਦਾ ਮਤਲਬ ਇਹ ਹੁੰਦਾ ਵੀ -1 ਤੇ 1 ਤਾਂ ਹੋਊਗਾ ਹੀ, ਅਤੇ ਵਿੱਚ ਵਾਲੀਆਂ ਵੈਲਿਊਜ਼ ਵੀ ਸਾਰੀਆਂ ਇੰਕਲੂਡਿਡ ਨੇ। ਇਹਨੂੰ ਇਸ ਤਰੀਕੇ ਨਾਲ ਵੀ ਲਿਖ ਸਕਦੇ ਹਾਂ, ਦੈਟ ਐਕਸ ਬਿਲੋਂਗਸ ਟੂ -1 to 1। ਐਕਸ ਦੀ ਵੈਲਿਊ -1 ਕਦੋਂ ਹੋਊਗੀ, ਜਦੋਂ ਐਕਸ ਦੀ ਵੈਲਿਊ -1 ਹੋਊਗੀ ਤਾਂ ਵਾਈ ਦੀ ਵੈਲਿਊ ਹੋਊਗੀ -π/2, ਅਤੇ ਜਦੋਂ ਐਕਸ ਦੀ ਵੈਲਿਊ 1 ਹੋਊਗੀ, ਸਾਈਨ ਇਨਵਰਸ 1 ਆਪਣੇ ਕੋਲ, ਵਾਈ ਦੀ ਵੈਲਿਊ ਹੋਊਗੀ π/2। ਇਹ ਤੁਹਾਨੂੰ ਟੇਬਲ ਤੋਂ ਪਤਾ ਚੱਲੂਗਾ, ਠੀਕ ਹੈ। ਟੇਬਲ ਜਿਹੜਾ ਹੈ ਟ੍ਰਿਗਨੋਮੈਟ੍ਰਿਕ ਵੈਲਿਊਜ਼ ਆ, ਕਿ ਸਾਈਨ 0 ਦੀ ਵੈਲਿਊ ਕਿੰਨੀ ਹੁੰਦੀ ਹੈ, ਕਾਸ 0 ਦੀ ਕਿੰਨੀ ਹੁੰਦੀ ਹੈ, ਸਾਈਨ π/6 ਦੀ ਕਿੰਨੀ ਹੁੰਦੀ ਹੈ। ਕਿਸੇ ਦੀ ਵੀ ਵੈਲਿਊ ਆਪਾਂ ਨੂੰ, ਮਤਲਬ ਇਹਦੇ ਵਿੱਚ ਸਾਰੀਆਂ ਵੈਲਿਊਜ਼ ਆਪਾਂ ਨੂੰ ਪਤਾ ਹੋਣੀਆਂ ਚਾਹੀਦੀਆਂ ਨੇ। ਟੇਬਲ ਅਗਰ ਤੁਹਾਨੂੰ ਨਹੀਂ ਬਣਾਉਣਾ ਆਉਂਦਾ ਤਾਂ ਇਹਦੇ ਲਈ ਮੈਂ ਵੀਡੀਓ ਅਪਲੋਡ ਕੀਤੀ ਹੋਈ ਹੈ, ਤੁਸੀਂ ਉਹ ਦੇਖ ਸਕਦੇ ਹੋ। ਉਹਦਾ ਜਿਹੜਾ ਲਿੰਕ ਹੈ ਮੈਂ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਦੇ ਦੂੰਗੀ, ਠੀਕ ਹੈ। ਟੇਬਲ ਵੀ ਬਣਾਉਣਾ ਆਉਣਾ ਚਾਹੀਦਾ, ਸੋ ਦੈਟ ਤੁਹਾਨੂੰ ਸਾਰੀਆਂ ਵੈਲਿਊਜ਼ ਜਿਹੜੀਆਂ ਫਾਈਂਡ ਆਊਟ ਕਰਨੀਆਂ ਹਨ, ਠੀਕ ਹੈ। ਤਾਂ ਆਪਣੇ ਕੋਲ ਐਵੇਂ ਕਾਸ ਇਨਵਰਸ ਦੀ ਰੇਂਜ ਕੀ ਹੁੰਦੀ ਹੈ, ਡੋਮੇਨ ਕੀ ਹੁੰਦੀ ਹੈ, -1 ਤੋਂ 1, ਰੇਂਜ ਹੋਊਗੀ 0 to π। ਮਤਲਬ ਕਾਸ ਦੀ ਵੈਲਿਊ -1 ਕਦੋਂ ਹੋਊਗੀ, ਜਦੋਂ ਆਪਣੇ ਕੋਲ y ਦੀ ਵੈਲਿਊ 0 ਹੋਊਗੀ। ਮਤਲਬ ਕਾਸ ਇਨਵਰਸ -1 ਦੀ ਵੈਲਿਊ ਹੋਊਗੀ 0, ਕਾਸ ਇਨਵਰਸ 1 ਦੀ ਵੈਲਿਊ ਹੋਊਗੀ π। ਅਤੇ ਉਸ ਤੋਂ ਬਾਅਦ ਆਪਣੇ ਕੋਲ ਟੈਨ ਇਨਵਰਸ ਦੇ ਲਈ -∞ to ∞, -∞ ਤੇ ਇਨਫਿਨਿਟੀ ਇੰਕਲੂਡਿਡ ਨਹੀਂ ਹੁੰਦੇ, ਇਹਨਾਂ ਦੇ ਵਿੱਚ ਵਾਲੀਆਂ ਸਾਰੀਆਂ ਵੈਲਿਊਜ਼ ਨੇ। ਤਾਂ ਇਹਨੂੰ ਐਵੇਂ ਲਿਖਾਂਗੇ, ਐਕਸ ਬਿਲੋਂਗਸ ਟੂ -∞ to ∞, ਅਤੇ ਵਾਈ ਦੀ ਵੈਲਿਊ ਹੋਊਗੀ -π/2 to π/2, ਕਿਉਂਕਿ -∞ ਵੈਲਿਊ ਹੁੰਦੀ ਹੈ ਟੈਨ ਦੀ -π/2 ਦੇ ਲਈ। ਅਤੇ ਉਸ ਤੋਂ ਬਾਅਦ ਐਵੇਂ ਕਾਟ ਇਨਵਰਸ ਦੀ -∞ to ∞, ਅਤੇ ਇਹਦੀ ਰੇਂਜ ਹੋਊਗੀ 0 to π। ਉਸ ਤੋਂ ਬਾਅਦ ਸੀਕੈਂਟ ਇਨਵਰਸ ਐਕਸ, ਇਹਦੀ ਵੈਲਿਊ ਹੁੰਦੀ ਹੈ, ਸੀਕੈਂਟ ਇਨਵਰਸ ਐਕਸ ਦੀ ਵੈਲਿਊ ਹੁੰਦੀ ਹੈ -∞ to -1 ਅਤੇ 1 to ∞। ਮਤਲਬ -1 to 1 ਵਾਲੀ ਵੈਲਿਊ ਨਹੀਂ ਵਿੱਚ ਇੰਕਲੂਡਿਡ ਹੁੰਦੀ, -∞ to -1 ਯੂਨੀਅਨ 1 to ∞। ਇਹ ਆਪਣੇ ਕੋਲ ਗੋਲ ਬ੍ਰੈਕਟ ਦਾ ਮਤਲਬ ਹੁੰਦਾ, ਜਿੱਥੇ ਗੋਲ ਬ੍ਰੈਕਟ ਲੱਗੀ ਹੋਈ ਮਤਲਬ ਉਹ ਵੈਲਿਊਜ਼ ਇੰਕਲੂਡਿਡ ਨਹੀਂ ਹੈਗੀ। ਜਿੱਥੇ ਸਕੇਅਰ ਬ੍ਰੈਕਟ ਲਗਾਉਂਦੇ ਆ ਮਤਲਬ ਉਹ ਇੰਕਲੂਡਿਡ ਹੈਗੀ ਹੈ। ਮਤਲਬ -1 ਵੀ ਹੋ ਸਕਦੀ ਹੈ, 1 ਵੀ ਹੋ ਸਕਦੀ ਹੈ, ਅਤੇ -1 to 1 ਦੇ ਵਿੱਚ ਵਾਲੀਆਂ ਵੈਲਿਊਜ਼ ਨਹੀਂ ਹੋ ਸਕਦੀਆਂ। ਦੈਨ ਆਪਣੇ ਕੋਲ ਇਹਦੀ ਰੇਂਜ ਹੁੰਦੀ ਹੈ 0 to π/2 ਐਂਡ π/2 to ∞, ਬਟ π/2 ਨਹੀਂ ਇੰਕਲੂਡਿਡ ਹੈਗੀ। ਮਤਲਬ 0 ਤੋਂ ਲੈ ਕੇ π ਤੱਕ ਸਾਰੀਆਂ ਵੈਲਿਊਜ਼ ਨੇ, ਬਟ π/2 ਨਹੀਂ ਇੰਕਲੂਡਿਡ ਹੈਗੀ। ਤਾਂ ਆਪਾਂ ਇਹਨੂੰ ਐਵੇਂ ਵੀ ਲਿਖ ਸਕਦੇ ਹਾਂ, 0 to π/2 ਯੂਨੀਅਨ π/2 to π। ਗੋਲ ਬ੍ਰੈਕਟ ਦਾ ਮਤਲਬ ਹੈ ਕਿ π/2 ਇੰਕਲੂਡਿਡ ਨਹੀਂ ਹੈਗਾ, ਇਹਨੂੰ ਇਸ ਤਰੀਕੇ ਨਾਲ ਵੀ ਲਿਖ ਸਕਦੇ ਹਾਂ, 0 to π -π/2। ਮਤਲਬ 0 to π ਸਾਰੀਆਂ ਵੈਲਿਊਜ਼ ਨੇ, ਬਟ ਉਹਦੇ ਵਿੱਚ π/2 ਨਹੀਂ ਹੈਗਾ। ਦੈਨ ਕੋਸੀਕੈਂਟ ਇਨਵਰਸ ਐਕਸ, ਇਹਦੀ ਡੋਮੇਨ ਹੁੰਦੀ ਹੈ -∞ to -1 ਯੂਨੀਅਨ 1 to ∞। ਮਤਲਬ -1 ਤੇ 1 ਇੰਕਲੂਡਿਡ ਨੇ, ਬਟ -1 ਤੇ 1 ਦੇ ਵਿੱਚ ਵਾਲੀਆਂ ਵੈਲਿਊਜ਼ ਇੰਕਲੂਡਿਡ ਨਹੀਂ ਹੈਗੀਆਂ। ਸਿਮਿਲਰਲੀ ਜਿਵੇਂ ਸੀਕੈਂਟ ਇਨਵਰਸ ਐਕਸ ਦੇ ਵਿੱਚ ਸੀ, ਅਤੇ ਇਹਦੀ ਰੇਂਜ ਹੈਗੀ ਹੈ -π/2 to 0, 0 to π/2। ਮਤਲਬ -π/2 ਤੋਂ ਲੈ ਕੇ π/2 ਤੱਕ ਸਾਰੀਆਂ ਵੈਲਿਊਜ਼ ਨੇ, ਬਟ 0 ਨਹੀਂ ਇੰਕਲੂਡਿਡ ਹੈਗੀ। ਇਹਨੂੰ ਇਸ ਤਰੀਕੇ ਨਾਲ ਲਿਖ ਸਕਦੇ ਹਾਂ ਆਪਾਂ। ਦੈਨ ਇੱਕ ਹੋਰ ਚੀਜ਼ ਜਿਹੜੀ ਤੁਸੀਂ ਯਾਦ ਰੱਖਣੀ ਹੈ, ਕਿ ਜੇ ਸਾਈਨ ਇਨਵਰਸ ਦੇ ਨਾਲ ਆਪਣੇ ਕੋਲ -x ਹੋਵੇ, ਸਾਈਨ ਇਨਵਰਸ -x ਹੋਵੇ, ਤਾਂ ਮਾਈਨਸ ਬਾਹਰ ਆ ਜਾਂਦਾ ਹੁੰਦਾ, ਅੰਦਰ ਮਾਈਨਸ ਸਾਈਨ ਇਨਵਰਸ x ਬਣ ਜਾਂਦਾ। ਮਤਲਬ ਜਿਵੇਂ ਆਪਣੇ ਕੋਲ ਹੈ ਸਾਈਨ ਇਨਵਰਸ, ਸਪੋਜ਼ ਸਾਈਨ ਇਨਵਰਸ ਸਾਈਨ ਇਨਵਰਸ ਆਪਣੇ ਕੋਲ -√3/2 ਹੈ ਸਪੋਜ਼, ਠੀਕ ਹੈ। ਤਾਂ ਆਪਣੇ ਕੋਲ ਇਹਨੂੰ ਆਪਾਂ ਕਿਵੇਂ ਲਿਖ ਸਕਦੇ ਹਾਂ, -ਸਾਈਨ ਇਨਵਰਸ √3/2, ਮਤਲਬ ਮਾਈਨਸ ਬਾਹਰ ਕੱਢ ਲੈਣਾ। ਉਸ ਤੋਂ ਬਾਅਦ ਆਪਣੇ ਕੋਲ ਸਾਈਨ ਦੀ ਵੈਲਿਊ √3/2 ਕਦੋਂ ਹੁੰਦੀ ਹੈ, ਸਾਈਨ ਦੀ ਵੈਲਿਊ √3/2 ਹੁੰਦੀ ਹੈ π/3 ਦੇ ਲਈ। ਤਾਂ ਆਪਣੇ ਕੋਲ ਆਨਸਰ ਕਿੰਨਾ ਆ ਜਾਊਗਾ, -π/3।
3 मतलब माइनस बाहर कढ़ लेना सिंपली। बट अगर कॉस इनवर्स के नाल माइनस एक्स है तो अपने को आप माइनस बाहर नहीं कढ़ना एवं पाई माइनस कॉस इनवर्स एक्स लिखांगे। मतलब जिवें हुण इत्थे अपने को सिंपल द कॉस इनवर्स माइनस √3/2 तो उन्होंने आप किवें लिखदे पाई माइनस कॉस इनवर्स √3/2। फिर देखते कॉस इनवर्स √3/2 कॉस की वैल्यू √3/2 कदों होंदी है पाई/6 लई तो यदा आंसर कितना आ जाऊगा पाई माइनस पाई/6। फिर इनू सॉल्व करके अपने को आ जाता 5पाई/6। मतलब ये याद रखना है कि माइनस एवं बाहर कढ़ना तो कि पाई माइनस लगाना है। अगर साइन होवे कॉसिकेंट होवे टैन होवे इन्हां दे विच अपने को माइनस एज इट इज़ अपने एवं बाहर कढ़ लेना है। ठीक है तिन्ना दे विच बट कॉस होवे सीकेंट होवे या कॉट होवे इहदे विच माइनस बाहर कढ़ना है बट पाई माइनस लगाना है। मतलब जिवें कॉट इनवर्स माइनस एक्स है तो पाई माइनस कॉट इनवर्स एक्स हो जाऊगा। एवं कॉस दे विच एवं सीकेंट दे विच साइन कॉसिकेंट ते टैन दे विच सिंपली माइनस बाहर आ जाता होंदा है। तो एक तो डोमेन रेंज जरूर याद रखनी है। डोमेन रेंज वाले जिहड़ा टॉपिक है इहदे विचों अपने कोल 1 मार्क क्वेश्चन MCQ है जिहड़ा वो आ जाता होंदा 1 मार्क दे विच जरूर आंदा होंदा इन्हां चों। तो एक आ चीज़ याद रखनी है उस तो बाद ही क्वेश्चन समझ आएंगे आपां नूं। ते एक टेबल अगर तुहानूं नहीं बनाना आंदा तो मैं इहदा लिंक डिस्क्रिप्शन बॉक्स दे विच दे दूँगी। मैं ऑलरेडी ये समझाया होया पहला। ठीक है तो ये चीज़ां आपां नूं याद होनियां चाहीदियां ने फिर आपां नूं क्वेश्चन समझ आएंगे। हुण जिवें कई बारी 1 मार्क दे विच तां सिंपली आ जांदा है कल्ले एक ट्रिग्नोमैट्रिक फंक्शन दे के कि उहदी प्रिंसीपल वैल्यू कड्ढो। जिवें अपने कोल आ गया कॉस इनवर्स माइनस 1/2 दी प्रिंसीपल वैल्यू फाइंड आउट करन लई तां आपां किवें फाइंड आउट करांगे। आपां की रूल कीता कि अगर कॉस इनवर्स माइनस एक्स है तो पाई माइनस कॉस इनवर्स एक्स लिख लांगे आपां। ठीक है पाई माइनस कॉस इनवर्स 1/2 कॉस इनवर्स 1/2 टेबल दे विचों देखांगे कि अपने कोल कॉस की वैल्यू 1/2 किन्नी थीटा दे लिए हुंदी है पाई/3 ਲਈ हुंदी है तो आप इत्थे की पुट कर देंगे पाई/3 पाई माइनस पाई/3 इनू सॉल्व करके अपने कोल कितना आ जाऊगा 2पाई/3। ठीक है अगर थोनू मतलब ये तो कैलकुलेशन ही है सिंपल सॉल्व करना है। उस तो बाद टैन इनवर्स 1 टैन की वैल्यू 1 कदों होंदी है थीटा पाई/4 ली तो टैन इनवर्स 1 की वैल्यू आ जाएगी पाई/4। साइन इनवर्स माइनस 1/2 साइन की वैल्यू साइन इनवर्स माइनस 1/2 है। आपां कीता सी रूल जे साइन दे नाल माइनस एक्स होवे तो आपां माइनस बाहर कढ़ लैंदे हुंदे सिंपली तो साइन इनवर्स माइनस 1/2 की हो जाऊगा माइनस साइन इनवर्स 1/2। हुण देख लेना साइन की वैल्यू 1/2 कदों होंदी है पाई/6 ली तो आंसर आ जाऊगा माइनस पाई/6। उस तो बाद अपन इस इक्वेशन च सारियां वैल्यूज़ पुट करतियां कॉस इनवर्स माइनस 1/2 की वैल्यू जो कड्ढी है टैन इनवर्स 1 की साइन इनवर्स माइनस 1/2 की सारियां वैल्यूज़ कढ़ के उस तो बाद सिंपली आपां इहनूं सॉल्व करना है। 5 × 2 10 पाई मतलब 8 5 ये तो अपने कोल पे ने ना जो ये 5 8 3 ये मल्टीपल्स नहीं तो एज इट इज़ ही लिखने ने वैल्यूज़ आपां कढ़ लियां पुट किया 5 × 2 10 पाई/3 8 पाई/4 2 पाई बन गया ये तो माइनस माइनस प्लस हो गया 3 नाल 6 कट जूगा कि आ जाऊगा पाई/2। उस तो बाद सिंपली एलसीएम लैके सॉल्व कर लेना है। आंसर कितना आ जाऊगा 35 पाई/6। एवें दे क्वेश्चनस अपने कोल 1 मार्क दे विच सीधा भी आ सकता है कि कल्ले कॉस इनवर्स माइनस 1/2 की प्रिंसीपल वैल्यू लिखो। तो मतलब अगर तुहानूं मैथड आंदा है कि हाँ कॉस दे नाल सीकेंट दे नाल ते कॉट दे नाल इन्हां तिन्नां दे नाल जे माइनस है तो आपां पाई माइनस लगा लेना है। साइन कॉसिकेंट ते टैन दा माइनस आपां सिंपली बाहर कढ़ लेना है। चाहे मतलब एवें अपने कोल लॉन्ग क्वेश्चनस दे विच आ जाए 3-4 टर्म्स प्लस दे विच चाहे एक सिंगल टर्म आ जाए आपां नूं सॉल्व करना आंदा है। ठीक है तो तुहानूं ये जिहड़ियां डोमेन रेंज दियां वैल्यूज़ ने ये भी याद करनियां पैणगियां क्योंकि 1 मार्क दे विच सिंपली कई बारी एवें आ जांदा है कि वट इज़ दी डोमेन ऑफ साइन इनवर्स एक्स वट इज़ दी रेंज ऑफ कॉस इनवर्स एक्स एवें दी क्वेश्चनस आपां नूं सारे मैथड्स पता होने चाहिए ने किस तरीके नाल सारे मैथड्स सिखाए ने कि किस तरीके नाल लिखिया होया आ सकदा हैगा। MCQs ही आउणगे कि किस तरीके नाल MCQs दे विच अपने कोल ऑप्शनस किवें दित्तियां जा सकदियां ने। ठीक है तो दैन नैक्सट क्वेश्चन है जिमें अपने को टैन इनवर्स √3 माइनस कॉट इनवर्स माइनस √3 टैन इनवर्स √3 की वैल्यू पाई/3 मतलब टैन थीटा किन्ने थीटा वैल्यू लिए अपने को टैन की वैल्यू √3 कदों होंदी है जो अपने को थीटा की वैल्यू पाई/3 होंदी है। मतलब टैन पाई/3 की वैल्यू √3 होंदी है तो आप पाई/3 लिख लिया। कॉट इनवर्स माइनस ऑफ √3 है माइनस सिंपली बाहर नहीं कढ़ना अपने की लगाना है पाई माइनस कॉट इनवर्स √3 ब्रैकेट लगा लिया क्योंकि बाहर माइनस भी है।
कॉट की वैल्यू √3 कदों होंदी है π/6 ਲਈ। ਟੇਬਲ ਪਤਾ ਹੋਣਾ ਚਾਹੀਦਾ ਤਾਂ ਹੀ ਵੈਲਿਊਜ਼ ਦੇਖੋਗੇ, ਠੀਕ ਹੈ। ਟ੍ਰਿਗਨੋਮੈਟ੍ਰਿਕ ਟੇਬਲ ਬਹੁਤ ਜ਼ਰੂਰੀ ਹੈ। ਤਾਂ ਮੈਂ ਬਾਰ-ਬਾਰ ਕਹਿ ਰਹੀ ਹਾਂ, ਅਗਰ ਇਹ ਨਹੀਂ ਆਉਂਦਾ ਤਾਂ ਮੈਂ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਲਿੰਕ ਦਿੱਤਾ ਹੋਇਆ, ਉੱਥੋਂ ਜਾ ਕੇ ਪਹਿਲਾਂ ਟੇਬਲ ਬਣਾਉਣਾ ਸਿੱਖ ਲਓ, ਠੀਕ ਹੈ। ਤਾਂ ਆਪਣੇ ਕੋਲ π - π/6 ਸੋਲਵ ਕੀਤਾ 5π/6। ਉਸ ਤੋਂ ਬਾਅਦ ਇਹਨਾਂ ਦਾ ਐਲਸੀਐਮ ਲੈ ਕੇ ਸੋਲਵ ਕਰ ਲੈਣਾ। ਅਗਰ ਤੁਹਾਨੂੰ ਐਲਸੀਐਮ ਲੈ ਕੇ ਵੀ ਦਿੱਕਤ ਆਉਂਦੀ ਹੈ ਤਾਂ ਤੁਸੀਂ ਬਟਰਫਲਾਈ ਮੈਥਡ ਜਿਹੜਾ ਹੁੰਦਾ ਸਿੰਪਲ ਉਹਦੇ ਨਾਲ ਸੋਲਵ ਕਰ ਸਕਦੇ ਹੋ, ਠੀਕ ਹੈ। ਉਸ ਤੋਂ ਬਾਅਦ ਆਪਣੇ ਕੋਲ ਨੈਕਸਟ ਕੁਐਸਚਨ ਹੈ, ਦੇਖੋ ਇਹਦੇ ਵਿੱਚ ਕੋਸੀਕੈਂਟ ਇਨਵਰਸ -1 ਹੈ। ਕੋਸੀਕੈਂਟ ਦਾ ਰੂਲ ਕੀ ਹੁੰਦਾ, ਅਗਰ -x ਹੈ ਤਾਂ ਮਾਈਨਸ ਸਿੰਪਲੀ ਬਾਹਰ ਕੱਢ ਲੈਂਦੇ ਹੁੰਦੇ ਆ। ਕੋਸੀਕੈਂਟ ਇਨਵਰਸ 1 ਦੀ ਵੈਲਿਊ ਕੋਸੀਕੈਂਟ π/2 ਦੀ ਵੈਲਿਊ ਹੁੰਦੀ ਹੈ 1, ਤਾਂ ਕੋਸੀਕੈਂਟ ਇਨਵਰਸ 1 ਕਿਹਦੇ ਇਕੁਅਲ ਆ ਗਿਆ π/2, ਇਹ ਮਾਈਨਸ ਬਾਹਰ ਨਿਕਲ ਗਿਆ, ਠੀਕ ਹੈ। ਉਸ ਤੋਂ ਬਾਅਦ ਸੀਕੈਂਟ ਇਨਵਰਸ 2/√3 ਦੀ ਵੈਲਿਊ π/6, ਸਾਈਨ ਇਨਵਰਸ -1/2 ਇਹਦੇ ਵਿੱਚ ਵੀ ਮਾਈਨਸ ਸਿੰਪਲੀ ਬਾਹਰ ਆ ਜਾਂਦਾ ਹੁੰਦਾ, ਅਤੇ ਕੋਟ ਇਨਵਰਸ √3 ਦੀ ਵੈਲਿਊ ਹੁੰਦੀ ਹੈ π/6। ਸਾਰੀਆਂ ਵੈਲਿਊਜ਼ ਇਕੁਏਸ਼ਨ ਦੇ ਵਿੱਚ ਆਪਾਂ ਪੁੱਟ ਕਰ ਲਾਂਗੇ। ਸਾਰੀਆਂ ਵੈਲਿਊਜ਼ ਆਪਾਂ ਪੁੱਟ ਕਰਾਂਗੇ, ਪੁੱਟ ਕਰਨ ਤੋਂ ਬਾਅਦ ਸੋਲਵ ਕਰ ਲਾਂਗੇ। ਸਿੰਪਲ ਕੈਲਕੂਲੇਸ਼ਨ ਹੈ। ਤਾਂ ਅਗਰ ਤੁਹਾਨੂੰ ਕੈਲਕੂਲੇਸ਼ਨਸ ਦੇ ਵਿੱਚ ਵੀ ਕੋਈ ਪ੍ਰੋਬਲਮ ਆਉਂਦੀ ਹੈ ਤਾਂ ਤੁਸੀਂ ਕਮੈਂਟ ਕਰਕੇ ਜ਼ਰੂਰ ਪੁੱਛ ਸਕਦੇ ਹੋ, ਠੀਕ ਹੈ। ਅਗਰ ਤੁਹਾਨੂੰ ਵੀਡੀਓਜ਼ ਪਸੰਦ ਆਉਂਦੀਆਂ ਨੇ ਤਾਂ ਚੈਨਲ ਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਜ਼ਰੂਰ ਕਰੋ। ਆਪਾਂ ਹੋਰ ਸਾਰੇ ਚੈਪਟਰਸ ਦੇ ਇੰਪੋਰਟੈਂਟ ਕੁਐਸਚਨਸ ਡਿਸਕਸ ਕਰਾਂਗੇ, ਤਾਂ ਆਪਣੇ ਨੋਨ ਦੇ ਵਿੱਚੋਂ ਜਿਹੜੇ ਵੀ ਸਟੂਡੈਂਟਸ ਨੇ ਪਲੱਸ ਵੀਡੀਓ ਜ਼ਰੂਰ ਸ਼ੇਅਰ ਕਰੋ।